ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ। ਤੁਹਾਡਾ ਸਵਾਗਤ ਹੈ TFA ਪੰਜਾਬੀ ਦੇ ਐਕਸਕਲੂਸਿਵ ਸ਼ੋਅ ਵਿੱਚ। ਅੱਜ ਜੋ ਸਾਡੇ ਨਾਲ ਗੈਸਟ ਮੌਜੂਦ ਨੇ, ਇੱਕ ਚਾਹ ਵਾਲੇ ਤੋਂ ਐਡਵੋਕੇਟ, ਬਾਰ ਕੌਂਸਲ ਆਫ ਦਿੱਲੀ, ਉਸ ਤੋਂ ਬਾਅਦ ਪੂਰਬੀ ਦਿੱਲੀ, ਈਸਟ ਦਿੱਲੀ ਤੋਂ ਮੈਂਬਰ ਪਾਰਲੀਮੈਂਟ ਦੇ ਚੁਣਾਵ ਲੜ ਰਹੇ ਨੇ। ਹਾਲਾਂਕਿ ਇੱਕ ਵਾਰ ਲੜ ਵੀ ਚੁੱਕੇ ਨੇ। ਆਓ ਜਾਣਦੇ ਹਾਂ ਉਹਨਾਂ ਦਾ ਸਫ਼ਰ ਤੇ ਸਵਾਗਤ ਕਰਦੇ ਹਾਂ ਐਡਵੋਕੇਟ ਸਰਦਾਰ ਮਨਜੀਤ ਸਿੰਘ ਜੀ ਦਾ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ। ਬਹੁਤ ਬਹੁਤ ਧੰਨਵਾਦ, ਤੁਸੀਂ ਇਲੈਕਸ਼ਨ ਦਾ ਟਾਈਮ ਚੱਲ ਰਿਹਾ, ਸਾਡੇ ਨਾਲ ਪੋਡਕਾਸਟ 'ਚ ਜੁੜੇ ਹੋ। ਥੈਂਕ ਯੂ ਸਰ। ਮੇਰਾ ਇੱਕ ਹੀ ਸਵਾਲ ਹੈ, ਚਾਹ ਵਾਲੇ ਤੋਂ ਲੈ ਕੇ ਅੱਜ ਤੁਸੀਂ ਇੱਕ ਇਲੈਕਸ਼ਨ 'ਚ ਖੜੇ ਹੋ, ਸਫ਼ਰ ਕੀ ਰਿਹਾ ਤੁਹਾਡਾ? ਸਰ ਇੱਥੇ ਤੱਕ ਪਹੁੰਚਣ ਲਈ ਮੈਨੂੰ ਬਹੁਤ ਮਿਹਨਤ ਕਰਨੀ ਪਈ ਔਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਬਹੁਤ ਮਿਹਰ ਰਹੀ ਔਰ ਆਸ਼ੀਰਵਾਦ ਰਿਹਾ ਜੋ ਅੱਜ ਮੈਂ ਇੱਥੇ ਤੱਕ ਪਹੁੰਚਿਆ। ਮੇਰਾ ਜੋ ਬੋਰਨ ਹੈਗਾ ਗਾਂਧੀ ਨਗਰ ਦਾ ਬੋਰਨ ਹੈ, ਦਿੱਲੀ ਬੋਰਨ? ਦਿੱਲੀ ਬੋਰਨ ਹੈ। ਗਾਂਧੀ ਵਿੱਚ ਮੇਰਾ ਬਰਥ ਹੋਇਆ ਔਰ 92 ਵਿੱਚ ਅਸੀਂ ਸ਼੍ਰੀ ਅਨੰਦਪੁਰ ਸਾਹਿਬ ਸ਼ਿਫਟ ਹੋ ਗਏ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੀ ਧਰਤੀ 'ਤੇ ਸਾਨੂੰ 13-14 ਸਾਲ ਆਪਾਂ ਉੱਥੇ ਰਹੇ। ਉੱਥੇ ਜਾ ਕੇ ਫਾਦਰ ਸਾਹਿਬ ਨੇ ਕੰਮ ਸ਼ੁਰੂ ਕੀਤਾ। ਸਟਾਰਟਿੰਗ ਵਿੱਚ ਉੱਥੇ ਕੰਮਕਾਜ ਠੀਕ ਸੀਗਾ, ਲੇਕਿਨ ਬਾਅਦ ਵਿੱਚ ਉਹ ਕੰਮ ਥੋੜ੍ਹਾ ਘੱਟ ਗਿਆ। ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਕੋਲ ਹੀ ਉੱਥੇ ਕਾਫੀ ਸੰਗਤ ਆਉਂਦੀ ਸੀ ਗੁਰੂ ਸਾਹਿਬ ਦੇ ਦਰਸ਼ਨ ਕਰਨ ਲਈ, ਲੇਕਿਨ ਉੱਥੇ ਕੋਈ ਟੀ ਸਟਾਲ ਵਗੈਰਾ ਨਹੀਂ ਸੀਗਾ। ਤਾਂ ਮੇਰੇ ਫਾਦਰ ਸਾਹਿਬ ਨੇ ਸੋਚਿਆ ਕਿਉਂ ਨਾ ਅਸੀਂ ਸੰਗਤ ਦੀ ਸੇਵਾ ਵੀ ਹੋ ਜਾਏਗੀ ਔਰ ਸਾਨੂੰ ਇਨਕਮ ਵੀ ਜਨਰੇਟ ਹੋ ਜਾਏਗੀ। ਉਹਨਾਂ ਨੇ ਫਾਦਰ ਸਾਹਿਬ ਨੇ ਕਿਹਾ, ਫਿਰ ਆਪਾਂ ਉੱਥੇ ਇੱਕ ਟੀ ਸਟਾਲ ਲਗਾਇਆ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਕੋਲ। ਔਰ ਅਸੀਂ ਸ਼ਾਮੀ 7 ਵਜੇ ਸਟਾਰਟ ਕਰਦੇ ਸੀਗੇ, 8 ਵਜੇ ਟੀ ਸਟਾਲ, ਉਹ ਸਵੇਰੇ 7 ਤੋਂ 8 ਵਜੇ ਤੱਕ ਉਹ ਕੰਟੀਨਿਊ ਰੱਖਦੇ ਸੀਗੇ। ਇਸ ਤਰ੍ਹਾਂ ਅਸੀਂ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਸੰਗਤ ਦੀ ਸੇਵਾ ਵੀ ਕਰਦੇ ਰਹੇ ਔਰ ਮੇਰੀ ਸਟੱਡੀ ਵੀ ਚੱਲਦੀ ਰਹੀ ਕੰਟੀਨਿਊਡ। ਔਰ ਰਾਤੀ 7 ਵਜੇ ਤੋਂ ਸਵੇਰੇ 8 ਵਜੇ ਤੱਕ ਇਹ ਕੰਮ ਕਰਨ ਤੋਂ ਬਾਅਦ 8:30-9 ਵਜੇ ਮੈਂ ਸਕੂਲ ਚਲੇ ਜਾਂਦਾ ਸੀਗਾ, ਸ਼੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ, ਸ਼੍ਰੀ ਅਨੰਦਪੁਰ ਸਾਹਿਬ, ਡਿਸਟ੍ਰਿਕਟ ਰੋਪੜ, ਪੰਜਾਬ। ਉਸ ਤੋਂ ਬਾਅਦ ਸਕੂਲ ਤੋਂ ਆ ਕੇ ਥੋੜ੍ਹਾ ਰੈਸਟ ਕਰਕੇ ਫਿਰ ਮੈਂ ਸ਼ੌਪ 'ਤੇ ਆ ਕੇ ਬੈਠ ਜਾਂਦਾ ਸੀ। ਅਲੱਗ ਇੱਕ ਸ਼ੌਪ ਵੀ ਸੀਗੀ ਸਾਡੀ ਸੈਪਰੇਟ। ਇਸ ਤਰ੍ਹਾਂ ਸਾਡਾ ਇਹ ਕੰਟੀਨਿਊਡ ਸਫ਼ਰ ਚੱਲਿਆ। 10th ਮੇਰੀ ਕੰਪਲੀਟ ਹੋਈ ਸ਼੍ਰੀ ਅਨੰਦਪੁਰ ਸਾਹਿਬ ਤੋਂ। ਦੈਨ ਫਿਰ ਅਸੀਂ ਮੇਰੇ ਸਿਸਟਰ ਦੀ ਐਡਮਿਸ਼ਨ ਹੋ ਗਈ ਲਾਅ ਦੇ ਵਿੱਚ। ਉੱਥੇ ਹਾਇਰ ਸਟੱਡੀ ਨਹੀਂ ਸੀ ਸ਼੍ਰੀ ਅਨੰਦਪੁਰ ਸਾਹਿਬ, ਤਾਂ LLB 'ਚ ਇੱਥੇ ਐਡਮਿਸ਼ਨ ਹੋਣ ਤੋਂ ਬਾਅਦ ਫਿਰ ਸਾਨੂੰ ਵੀ ਇੱਥੇ ਆਉਣਾ ਪਿਆ ਦਿੱਲੀ ਵਾਪਸੀ। ਜਦੋਂ ਅਸੀਂ ਦਿੱਲੀ ਵਾਪਸੀ ਆਏ ਫਿਰ ਉਸ ਤੋਂ ਬਾਅਦ ਮੈਂ 11th ਔਰ 12th ਦਿੱਲੀ ਤੋਂ ਕੀਤੀ। ਫਿਰ ਖਾਲਸਾ ਕਾਲਜ 'ਚ ਐਡਮਿਸ਼ਨ ਮੇਰੀ ਹੋਈ, ਨਾਰਥ ਕੈਂਪਸ ਦਿੱਲੀ ਯੂਨੀਵਰਸਿਟੀ। ਜਦੋਂ ਖਾਲਸਾ ਕਾਲਜ ਨਾਰਥ ਕੈਂਪਸ ਦਿੱਲੀ ਯੂਨੀਵਰਸਿਟੀ ਵਿੱਚ ਐਡਮਿਸ਼ਨ ਲੈਣਾ ਸੀਗਾ ਤਾਂ ਸਾਡੇ ਹਾਲਾਤ, ਅਸੀਂ ਨਵੇਂ ਇੱਥੇ ਸ਼੍ਰੀ ਅਨੰਦਪੁਰ ਸਾਹਿਬ ਤੋਂ ਵਾਪਿਸ ਆਏ ਸੀਗੇ। ਸਾਡੇ ਕੋਲ ਇੰਨੇ ਪੈਸੇ ਨਹੀਂ ਸੀਗੇ ਵੀ ਉਹ ਮੇਰੇ ਫੀਸ ਦੇ ਵੀ ਮੇਰੇ ਫਾਦਰ ਸਾਹਿਬ ਉਹ ਪੈਸੇ ਦੇ ਸਕਣ। ਫਾਈਨੈਂਸ਼ੀਅਲ ਯੈਸ। ਉਹ ਫਿਰ ਗੁਰੂ ਸਾਹਿਬ ਨੇ ਆਪ ਹੀ ਕੋਈ ਹੀਲਾ ਵਸੀਲਾ ਬਣਾ ਕੇ ਮਹਾਰਾਜ ਨੇ ਕਿਰਪਾ ਕੀਤੀ ਸਾਡੇ 'ਤੇ ਔਰ ਮੇਰੇ ਫਾਦਰ ਸਾਹਿਬ ਨੇ ਕਾਫੀ ਆਪਣਾ ਹਿੰਮਤ ਦਿਖਾਈ। ਉਹਨਾਂ ਨੇ ਆਟੋ ਸੀਗਾ, ਆਟੋ ਨੂੰ ਗਿਰਵੀ ਰੱਖ ਦਿੱਤਾ। ਗਿਰਵੀ ਰੱਖ ਕੇ ਔਰ ਮੇਰੀ ਉਹ ਆਪਣੇ ਕਾਲਜ ਦੀ ਜਿਹੜੀ ਫੀਸ ਸੀਗੀ ਫਸਟ ਈਅਰ ਦੀ, ਉਹ ਉਹਨਾਂ ਨੇ ਫੀਸ ਪੇ ਕੀਤੀ। ਇਸ ਪ੍ਰਕਾਰ ਮੇਰੀ ਇੱਥੇ ਗ੍ਰੈਜੂਏਸ਼ਨ ਕੰਪਲੀਟ ਹੋਈ ਔਰ ਕਾਲਜ ਦੇ ਵਿੱਚ ਹੀ ਮੇਰੇ ਫਾਦਰ ਸਾਹਿਬ ਨੇ ਮੈਨੂੰ ਕਾਫੀ ਇਨਕਰੇਜ ਕੀਤਾ ਔਰ ਮੈਂ ਉੱਥੇ ਵਾਈਸ ਪ੍ਰੈਜ਼ੀਡੈਂਟ ਦਾ ਵੀ ਚੁਣਾਵ ਲੜਿਆ। ਔਰ ਮੈਨੂੰ ਕਾਲਜ ਤੋਂ ਹੀ ਕਾਫੀ ਲਗਨ ਸੀ ਮੈਂ ਵੀ ਅੱਗੇ ਚੁਣਾਵ ਵਿੱਚ ਜਾਵਾਂ, ਪੋਲੀਟੀਸ਼ੀਅਨ ਵਿੱਚ ਜਾਵਾਂ, ਔਰ ਫਾਦਰ ਸਾਹਿਬ ਮੈਨੂੰ ਕਾਫੀ ਇਨਕਰੇਜ ਕਰਦੇ ਸੀਗੇ। ਫਿਰ ਦੈਨ ਮੇਰੀ ਗ੍ਰੈਜੂਏਸ਼ਨ ਕੰਪਲੀਟ ਹੋ ਗਈ। ਗ੍ਰੈਜੂਏਸ਼ਨ ਜਦੋਂ ਕੰਪਲੀਟ ਹੋਈ ਤਾਂ ਮੇਰੇ ਫਾਦਰ ਸਾਹਿਬ ਨੇ ਇੱਕ ਵਾਰ ਮੈਂਬਰ ਆਫ ਪਾਰਲੀਮੈਂਟ ਦਾ ਨੋਮੀਨੇਸ਼ਨ ਫਿਲ ਕੀਤਾ ਔਰ ਉਹ ਉਹਨਾਂ ਦਾ ਰਿਜੈਕਟ ਹੋ ਗਿਆ। ਜਦੋਂ ਤੁਸੀਂ ਗ੍ਰੈਜੂਏਸ਼ਨ ਕੀਤੀ ਸੀ ਤਾਂ ਤੁਹਾਡੇ ਫਾਦਰ ਸਾਹਿਬ ਨੇ ਇਲੈਕਸ਼ਨ ਕੰਟੈਸਟ ਕਰਨ ਵਾਸਤੇ ਉਹਨਾਂ ਨੇ ਫਾਰਮ ਫਿਲ ਕੀਤਾ, ਲੇਕਿਨ ਉਹ ਰਿਜੈਕਟ ਹੋ ਗਿਆ। ਦੈਨ ਮੇਰੀ ਜਦੋਂ ਲਾਅ ਕੰਪਲੀਟ ਹੋ ਗਈ, ਦੈਨ ਫਾਦਰ ਸਾਹਿਬ ਨੇ ਮੈਨੂੰ ਕਿਹਾ ਵੀ ਤੁਸੀਂ ਹੁਣ ਇਹ ਕੰਮ ਤੁਸੀਂ ਕਰਨਾ ਹੈ, ਜਿਹੜਾ ਮੈਂ ਨਹੀਂ ਕਰ ਪਾਇਆ ਉਹ ਤੁਸੀਂ ਕਰਨਾ ਹੈ। ਉਹ ਫਾਦਰ ਸਾਹਿਬ ਨੇ ਮੈਨੂੰ MLA ਦਾ ਚੁਣਾਵ ਲੜਾਇਆ ਔਰ ਉਸ ਤੋਂ ਬਾਅਦ MP ਦਾ ਚੁਣਾਵ ਵਿੱਚ ਮੇਰਾ ਕਾਫੀ ਸਹਿਯੋਗ ਕੀਤਾ ਔਰ ਇਸ ਪ੍ਰਕਾਰ ਮੈਂ MLA ਔਰ MP ਦਾ ਚੁਣਾਵ ਲੜਿਆ ਫਾਦਰ ਸਾਹਿਬ ਦੇ ਹੁੰਦੇ ਹੋਏ। ਔਰ ਫਿਰ ਉਸ ਤੋਂ ਬਾਅਦ ਮੈਂ ਬਾਰ ਕੌਂਸਲ ਆਫ ਦਿੱਲੀ ਦਾ ਵੀ ਚੁਣਾਵ ਲੜਿਆ। ਹੁਣ ਗੁਰੂ ਸਾਹਿਬ ਦੀ ਕਿਰਪਾ ਨਾਲ ਮੈਂ ਈਸਟ ਦਿੱਲੀ ਤੋਂ ਵੀ ਹੁਣ ਚੁਣਾਵ ਲੜ ਰਿਹਾ। ਇਹ ਜਿਹੜਾ ਮੇਰਾ ਸਟਰਗਲ ਹੈ, ਮੇਰੇ ਫੈਮਿਲੀ ਨੇ, ਫਾਦਰ, ਮਦਰ, ਮੇਰੇ ਸਿਸਟਰ ਔਰ ਬ੍ਰਦਰ ਨੇ ਕਾਫੀ ਸਪੋਰਟ ਕੀਤਾ ਔਰ ਹਾਲੇ ਤੱਕ ਵੀ ਮੇਰਾ ਜਿਹੜਾ ਬ੍ਰਦਰ ਹੈ ਉਹ ਮੇਰਾ ਇੱਕ ਮੋਢੇ ਨਾਲ ਮੋਢਾ ਲਾ ਕੇ ਨਾਲ ਚੱਲਣ ਵਾਲਾ ਹੈਗਾ ਔਰ ਮੈਨੂੰ ਪੂਰਾ ਸਹਿਯੋਗ ਕਰਦਾ। ਹੁਣ ਮੈਂ ਐਡਵੋਕੇਟ, ਬ੍ਰਦਰ ਵੀ, ਮੇਰੇ ਸਿਸਟਰ ਵੀ ਐਡਵੋਕੇਟ ਹੈ, ਮੇਰੇ ਵਾਈਫ ਐਡਵੋਕੇਟ ਹੈ ਔਰ ਬ੍ਰਦਰ ਦੀ ਵਾਈਫ ਵੀ। ਅਸੀਂ 5 ਜਣੇ ਘਰ ਦੇ ਐਡਵੋਕੇਟ ਹਾਂ ਔਰ 5-6 ਮੇਰੇ ਕੋਲ ਐਸੋਸੀਏਟ ਵੀ ਹੈ। ਟੋਟਲ 11-12 ਜਣੇ ਦੀ ਪੂਰੇ ਦਿੱਲੀ ਵਿੱਚ ਆਪਣਾ ਜਿੰਨਾ ਵੀ ਨੀਚੇ ਡਿਸਟ੍ਰਿਕਟ ਕੋਰਟ ਤੋਂ ਲੈ ਕੇ ਹਾਈ ਕੋਰਟ, ਸੁਪਰੀਮ ਕੋਰਟ ਤੱਕ ਸਾਰੇ ਅਸੀਂ ਕੇਸਿਸ ਦੇਖਦੇ ਹਾਂ, ਸਿਵਲ, ਕ੍ਰਿਮੀਨਲ, ਮੈਟਰੀਮੋਨੀਅਲ ਐਂਡ ਅਦਰਸ ਮੈਟਰ।
ਤੁਹਾਡਾ ਜਿਵੇਂ ਤੁਸੀਂ ਦੱਸਿਆ ਕਿ ਇੱਕ ਫਾਈਨੈਂਸ਼ੀਅਲ ਪ੍ਰੋਬਲਮ ਵੀ ਰਹੀ ਤੇ ਅਨੰਦਪੁਰ ਸਾਹਿਬ ਤੁਸੀਂ ਬਿਲੋਂਗ ਕਰਦੇ ਦਿੱਲੀ 'ਚ ਜਨਮ ਹੋਇਆ ਪਰ ਰਹੇ ਉੱਥੇ। ਇਹ ਕਿਹੜਾ ਜ਼ਰੂਰੀ ਇੱਕ ਫੈਕਟਰ ਸੀ ਕਿ ਤੁਸੀਂ ਲਾਅ ਨੂੰ ਚੂਜ਼ ਕੀਤਾ ਪੂਰੀ ਫੈਮਿਲੀ ਨੇ? ਮੇਰੇ ਫਾਦਰ ਸਾਹਿਬ ਨੇ ਕਈਆਂ ਨੂੰ ਜਿਹੜੇ ਵਿਚਾਰੇ ਗਰੀਬ ਸੀਗੇ ਔਰ ਉਹਨਾਂ ਕੋਲ ਪੈਸੇ ਨਹੀਂ ਸੀਗੇ, ਪਾਪਾ ਨੇ ਫਾਦਰ ਸਾਹਿਬ ਨੇ ਮੇਰੇ ਉਹਨਾਂ ਨੂੰ ਪੈਸੇ ਦੇ ਕੇ ਉਹਨਾਂ ਦੀ ਐਡਮਿਸ਼ਨ ਕਰਾਈ। ਉਸ ਟਾਈਮ ਸਾਡਾ ਬਹੁਤ ਪੈਸਾ ਸੀਗਾ ਜਦੋਂ ਦਿੱਲੀ 'ਚ ਸੀਗੇ। ਜਦੋਂ ਪੰਜਾਬ 'ਚ ਗਏ ਤਾਂ ਥੋੜ੍ਹਾ ਸਾਡਾ ਹੱਥ ਟਾਈਟ ਹੋ ਗਿਆ, ਲੇਕਿਨ ਇੱਥੇ ਬਹੁਤ ਅੱਛਾ ਸੀਗਾ, ਕਿਰਪਾ ਸੀਗੀ। ਉਹਨਾਂ ਨੇ ਫਿਰ ਲੋ ਉਹਨਾਂ ਨੂੰ ਕੰਪਲੀਟ ਕਰਾਈ। ਉਹ ਅੱਜ ਦੇ ਟਾਈਮ ਉਹ ਮੋਰ ਦੈਨ 50 ਕਰੋੜ ਰੁਪਏ ਦੇ ਮਾਲਕ ਹੈਗੇ ਆ। ਤਾਂ ਫਾਦਰ ਸਾਹਿਬ ਨੇ ਕਿਹਾ ਅਗਰ ਹੋਰਾਂ ਨੂੰ ਅਸੀਂ ਐਡਵੋਕੇਟ ਬਣਾ ਸਕਦੇ ਹਾਂ ਔਰ ਉੱਪਰ ਸ਼ਿਖਰਾਂ ਤੱਕ ਪਹੁੰਚਾ ਸਕਦੇ ਹਾਂ ਤਾਂ ਆਪਣੇ ਘਰ ਵਾਲਿਆਂ ਨੂੰ ਕਿਉਂ ਨਹੀਂ। ਉਹਨਾਂ ਨੇ ਕਿਹਾ ਇੱਕ ਨਹੀਂ, ਮੈਂ ਆਪਣੇ ਤਿੰਨ ਐਡਵੋਕੇਟ ਬਣਾਵਾਂਗਾ ਆਪਣੇ ਘਰ ਵਿੱਚ। ਤਿੰਨ ਉਹਨਾਂ ਨੇ, ਤਿੰਨ ਦੀ ਜਗ੍ਹਾ ਅੱਜ 5 ਗੁਰੂ ਸਾਹਿਬ ਦੀ ਕਿਰਪਾ ਨਾਲ 5 ਐਡਵੋਕੇਟ ਹੈਗੇ ਆ। ਉਹਨੇ ਕਿਹਾ ਮੈਂ ਜਿਹੜਾ ਹੈ ਐਡਵੋਕੇਟ ਦਾ ਪਿਓ ਬਣ ਗਿਆ ਇੱਕ ਤਰ੍ਹਾਂ ਦਾ। ਕਹਿੰਦਾ ਐਡਵੋਕੇਟ ਤਾਂ ਹੋ ਗਏ ਨਾ, ਵੀ ਐਡਵੋਕੇਟ ਦੇ ਫਾਦਰ ਸਾਹਿਬ ਕਹਿੰਦੇ ਐਡਵੋਕੇਟਾਂ ਦਾ ਪਿਓ ਬਣ ਗਿਆ, ਵੀ 5 ਐਡਵੋਕੇਟ ਘਰ ਹੋ ਗਏ। ਤਾਂ ਉਹ ਫਖਰ ਨਾਲ ਕਹਿੰਦੇ ਸੀਗੇ ਆ ਮੇਰੇ ਬੱਚੇ ਐਡਵੋਕੇਟ ਹੈਗੇ ਆ। ਅੱਜ ਉਹ ਦੁਨੀਆ 'ਚ ਨਹੀਂ ਆ ਫਾਦਰ ਮਦਰ, ਲੇਕਿਨ ਉਹਨਾਂ ਦੀ ਬਲੈਸਿੰਗ ਹੈਗੀ ਆ, ਉਹਨਾਂ ਦਾ ਆਸ਼ੀਰਵਾਦ ਹੈਗੇ ਜੋ ਮੈਂ ਅੱਜ ਇੱਥੇ ਬੈਠਾ ਹੋਇਆ। ਤੁਸੀਂ ਇਲੈਕਸ਼ਨ ਕੰਟੈਸਟ ਕਰ ਰਹੇ ਹੋ, ਤੁਹਾਡੇ ਫਾਦਰ ਸਾਹਿਬ ਕਰਨਾ ਚਾਹੁੰਦੇ, ਰਿਜੈਕਟ ਹੋ ਗਿਆ, ਪਹਿਲੇ 2 ਵਾਰੀ ਕੀਤੇ, ਕੀ ਏਜੰਡਸ ਨਾਲ ਕੰਟੈਸਟ ਕਰ ਰਹੇ ਹੋ? ਮੈਂ ਜੋ ਸਰਕਾਰਾਂ ਨੇ ਪਹਿਲਾਂ ਸਰਕਾਰਾਂ ਰਹੀਆਂ ਨੇ ਉਹਨਾਂ ਨੇ ਜੋ ਕੰਮ ਨਹੀਂ ਕੀਤੇ ਉਹ ਕੰਮ ਮੈਂ ਕਰਨੇ ਆ। ਲੋਕੀ ਗਰੀਬ ਬੇਸਹਾਰਾ ਅਨਾਥ ਲੋਕ ਹੈ, ਅੱਜ ਤੱਕ ਦੱਸੋ 50 ਸਾਲਾਂ 'ਚ ਕਿਸ ਨੇ ਕਿਸੇ ਸਰਕਾਰ ਨੇ ਉਹਨਾਂ ਬਾਰੇ ਸੋਚਿਆ? ਨਹੀਂ ਸੋਚਿਆ। ਮੈਂ ਗਰੀਬ ਅਨਾਥ ਬੇਸਹਾਰਾ ਲੋਕਾਂ ਲਈ ਰਹਿਣ ਦੀ ਵਿਵਸਥਾ ਕਰਨਾ ਚਾਹੁੰਦਾ। ਜਿਹੜੇ ਪੂਰਬੀ ਦਿੱਲੀ 'ਚ ਉੱਥੇ ਪੋਲੂਸ਼ਨ ਦੀ ਬਹੁਤ ਜ਼ਿਆਦਾ ਸਮੱਸਿਆ ਹੈ, ਉਹ ਸਰਕਾਰਾਂ ਨੇ ਨਹੀਂ ਦੇਖਿਆ। ਉਹਦੇ ਲਈ 1 ਲੱਖ ਤੋਂ ਉੱਤੇ ਪੇੜ ਲਗਾਏ ਜਾਣਗੇ। ਈਸਟ ਦਿੱਲੀ ਵਿੱਚ ਕਾਲਜ ਨਹੀਂ ਹੈ ਕੋਈ ਵੀ ਬੈਸਟ। ਈਸਟ ਦਿੱਲੀ ਵਿੱਚ ਮੇਰਾ ਟੀਚਾ ਹੈ ਘੱਟੋ ਘੱਟ 10 ਮੈਡੀਕਲ ਕਾਲਜ, 10 ITI ਕਾਲਜ ਔਰ ਨਰਸਿੰਗ ਕਾਲਜ ਵੀ ਈਸਟ ਦਿੱਲੀ ਵਿੱਚ ਬਣਾਏ ਜਾਣਗੇ। ਇਸ ਤੋਂ ਇਲਾਵਾ ਪਾਰਕਿੰਗ ਦੀ ਸਭ ਤੋਂ ਵੱਡੀ ਸਮੱਸਿਆ ਹੈ ਈਸਟ ਦਿੱਲੀ ਵਿੱਚ। ਪਾਰਕਿੰਗ ਦੀ ਸੁਵਿਧਾ ਉੱਥੇ ਪ੍ਰੋਵਾਈਡ ਕੀਤੀ ਜਾਏਗੀ। ਉੱਥੇ ਝੁੱਗੀਆਂ ਬਹੁਤ ਹੈ ਜੋ ਸਰਕਾਰਾਂ ਨੇ ਆਪਣੇ ਵੋਟ ਬੈਂਕਾਂ ਦੇ ਖਾਤਰ ਉਹਨਾਂ ਦੀਆਂ ਝੁੱਗੀਆਂ ਬਣਾ ਦਿੱਤੀਆਂ, ਲੇਕਿਨ ਉਹ 10 ਗਜ਼ ਦੇ ਮਕਾਨ 'ਚ ਰਹਿ ਰਹੇ, ਉਹ ਕਦੇ ਵੀ ਟੁੱਟ ਜਾਣ, ਉਹਦੇ ਬਾਰੇ ਕਿਸੇ ਨੇ ਨਹੀਂ ਸੋਚਿਆ। ਮੈਂ ਅੱਜ ਉਹ ਗਰੀਬਾਂ ਵਾਸਤੇ ਆਇਆ, ਉਹਨਾਂ ਦੀ ਜਿਹੜੀ ਝੁੱਗੀਆਂ ਨੇ, ਝੁੱਗੀਆਂ ਤੋਂ ਪੱਕੇ ਮਕਾਨ ਬਣਵਾਉਣੇ ਹੈਗੇ ਆ। ਇਸ ਤੋਂ ਇਲਾਵਾ ਜਿਹੜੇ ਸਾਡੇ ਸਰਕਾਰਾਂ ਨੇ ਬੰਦੀ ਸਿੰਘ ਜਿਹੜੇ 20 ਸਾਲ ਜਿਹੜੇ ਜੇਲ੍ਹਾਂ 'ਚ ਬੈਠੇ ਹੋਏ ਨੇ, ਸਰਕਾਰਾਂ ਨੇ ਕੋਈ ਧਿਆਨ ਨਹੀਂ ਦਿੱਤਾ ਬੰਦੀ ਸਿੰਘਾਂ ਨੂੰ ਰਿਹਾਈ ਕਰਾਉਣ ਵਾਸਤੇ। ਉਹਦੇ ਵਾਸਤੇ ਮੈਨੂੰ ਚਾਹੇ ਆਪਣੇ ਆਪ ਕੁਰਬਾਨ ਵੀ ਕਰਨਾ ਪੜੇ, ਸ਼ਹੀਦ ਵੀ ਹੋਣਾ ਪਏ, ਉਹਦੇ ਲਈ ਵੀ ਮੈਂ ਤਿਆਰ ਹਾਂ। ਬੰਦੀ ਸਿੰਘਾਂ ਦੀ ਰਿਹਾਈ ਮੇਰੇ ਲਈ ਸਭ ਤੋਂ ਵੱਡੀ ਪ੍ਰਾਇੋਰਟੀ ਹੈਗੀ ਹੈ। ਔਰ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਤੇ ਹਮਲੇ ਕਰਦੇ ਨੇ, ਬੇਅਦਬੀਆਂ ਕਰਦੇ ਨੇ, ਉਹਨਾਂ ਨੂੰ ਫਾਂਸੀ ਤੇ ਲਟਕਾਉਣ ਦੀ ਜ਼ਿੰਮੇਵਾਰੀ ਲਵਾਂਗਾ। ਉਹ ਸੰਸਦ ਵਿੱਚ ਕਾਨੂੰਨ ਲਿਆ ਕੇ ਉਹਨਾਂ ਉੱਤੇ 302 ਦਾ ਟ੍ਰਾਇਲ ਚਲਾ ਕੇ ਉਹਨਾਂ ਨੂੰ ਅੰਦਰ ਜੇਲ੍ਹ 'ਚ ਭਜਵਾਵਾਂਗਾ। ਇਸ ਤੋਂ ਇਲਾਵਾ ਜਿਹੜੀਆਂ ਸਰਕਾਰਾਂ, ਸੈਂਟਰ ਗੌਰਮੈਂਟ ਹੋਵੇ ਜਾਂ ਸਟੇਟ ਗੌਰਮੈਂਟ ਹੋਵੇ, ਉਹ ਸਰਕਾਰਾਂ ਜਿਹੜੇ ਧਾਰਮਿਕ ਸਥਲ ਹੈਗੇ ਨੇ, ਧਾਰਮਿਕ ਅਸਥਾਨ ਹੈਗੇ ਨੇ, ਉਹਨਾਂ ਵਿੱਚ ਦਖਲਅੰਦਾਜ਼ੀ ਕਰਦੀਆਂ ਨੇ। ਉਹਨਾਂ ਨੂੰ ਦਖਲਅੰਦਾਜ਼ੀ ਨਹੀਂ ਹੋਣੀ ਚਾਹੀਦੀ, ਇਹਦੇ ਵਿੱਚ ਉਹਦੇ ਉੱਤੇ ਕਾਨੂੰਨ ਬਣਾਇਆ ਜਾਏਗਾ। ਇਹ ਸਾਰੀਆਂ ਚੀਜ਼ਾਂ ਇਹ ਕਰਨੀਆਂ ਆਸਾਨ ਕੰਮ ਨਹੀਂ ਹੈਗੀ। ਇਹ ਗੁਰੂ ਸਾਹਿਬ ਦੀ, ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਕਿਰਪਾ ਹੈਗੀ, ਹੋਏਗੀ ਮੇਰੇ ਤੇ, ਔਰ ਮੈਂ ਸਾਰੀ ਸੰਗਤ ਦੀ ਸੇਵਾ ਕਰਾਂਗਾ। ਮੈਂ ਸੇਵਾ ਕਰਨ ਆ ਰਿਹਾ ਔਰ ਮੈਨੂੰ ਪਤਾ ਹੈ ਇਸ ਵਾਰ ਈਸਟ ਦਿੱਲੀ ਦੀ, ਪੂਰਬੀ ਦਿੱਲੀ ਦੀ ਸਾਰੀ ਸੰਗਤ ਮੇਰੇ ਨਾਲ ਹੈ। ਅੱਜ ਗੁਰੂ ਸਾਹਿਬ ਦੀ ਕਿਰਪਾ ਨਾਲ ਮੈਨੂੰ ਕਿਸੇ ਚੀਜ਼ ਦੀ ਕਮੀ ਨਹੀਂ ਹੈ। ਉਸ ਟਾਈਮ ਫਾਈਨੈਂਸ਼ੀਅਲ ਦਿੱਕਤ ਸੀਗੀ ਜਦੋਂ ਮੈਂ ਐਜੂਕੇਟਿਡ ਨਹੀਂ ਸੀਗਾ। ਮੈਂ ਕਿਉਂ ਚਾਹੁੰਦਾ ਵੀ ਲੋਕ ਪੜ੍ਹਨ ਲਿਖਣ, ਕਾਲਜ ਬਣਨ? ਇਸ ਲਈ ਚਾਹੁੰਦਾ ਕਿਉਂਕਿ ਮੈਂ ਉਸ ਟਾਈਮ ਆਪਣੇ ਫਾਈਨੈਂਸ਼ੀਅਲ ਸਟੇਟਸ ਜਦੋਂ ਮੇਰਾ ਸੀਗਾ, ਸਟੱਡੀ ਵਿੱਚ ਮੈਨੂੰ ਕਿਸ ਪ੍ਰਕਾਰ ਦੀ ਦਿੱਕਤ ਆਈ ਹੈ, ਉਹ ਦਿੱਕਤ ਅੱਗੇ ਬੱਚਿਆਂ ਨੂੰ ਨਾ ਆਵੇ ਔਰ ਉਹ ਬੱਚੇ ਅੱਗੇ ਸਟੱਡੀ ਕਰਨ ਔਰ ਫੋਰਨ ਕੰਟਰੀ ਵਿੱਚ ਸਟੱਡੀ ਕਰਨਾ ਚਾਹੁੰਦੇ ਨੇ। ਮੈਂ ਇੰਡੀਆ ਵਿੱਚ ਹੀ ਨਹੀਂ, ਅਗਰ ਫੋਰਨ 'ਚ ਸਟੱਡੀ ਕਰਨਾ, ਉਹਨਾਂ ਲਈ 50 ਲੱਖ ਰੁਪਏ ਦਾ ਲੋਨ ਬਿਨਾਂ ਸਿਕਿਉਰਿਟੀ ਦੇ, ਅਨਸਿਕਿਉਰਡ ਲੋਨ। ਉਸ ਤੋਂ ਇਲਾਵਾ ਜੋ ਵਿਅਕਤੀ ਰੋਜ਼ਗਾਰ ਹੈ ਨਹੀਂ ਪੂਰਬੀ ਦਿੱਲੀ 'ਚ, ਪੂਰਬੀ ਦਿੱਲੀ ਕੀ ਪੂਰੇ ਇੰਡੀਆ ਵਿੱਚ ਕਾਫੀ ਰੋਜ਼ਗਾਰ ਦੀ ਕਮੀ ਹੈਗੀ ਹੈ। ਉਹ ਰੋਜ਼ਗਾਰ ਅਗਰ ਜੋ ਬੱਚੇ ਕਰਨਾ ਚਾਹੁੰਦੇ ਨੇ, ਸਾਡੇ ਕੋਲ ਕਾਫੀ ਲੱਖਾਂ ਕਰੋੜਾਂ ਰੁਪਏ ਬੈਂਕਾਂ 'ਚ ਪਿਆ ਹੋਇਆ, ਉਹਦਾ ਕੋਈ ਫਾਇਦਾ ਨਹੀਂ ਹੈ। ਉਹ ਜਿਹੜਾ ਬਿਜ਼ਨਸ ਕਰਨਾ ਚਾਹੁੰਦੇ ਨੇ ਬੱਚੇ, ਉਹਨਾਂ ਨੂੰ 5-5 ਲੱਖ ਰੁਪਏ ਬਿਨਾਂ ਅਨਸਿਕਿਉਰਡ ਲੋਨ ਪ੍ਰੋਵਾਈਡ ਕੀਤਾ ਜਾਏਗਾ। ਇਸ ਪ੍ਰਕਾਰ ਇਹ ਜਿਹੜੇ ਸਾਰੇ ਮੁੱਦੇ ਹੈਗੇ ਨੇ, ਇੱਕ ਅਸੀਂ ਕਰਾਂਗੇ, ਸੇਵਾ ਕਰਾਂਗੇ, ਇਹ ਗੁਰੂ ਸਾਹਿਬ ਸਾਡੇ ਤੇ ਕਿਰਪਾ ਕਰਨਗੇ ਔਰ ਸੰਗਤ ਮੈਨੂੰ ਸਹਿਯੋਗ ਕਰੇਗੀ। ਔਰ ਈਸਟ ਦਿੱਲੀ ਦੀ ਸਾਰੀ ਸੰਗਤ ਨੂੰ ਮੈਂ ਅਪੀਲ ਕਰਦਾ ਔਰ ਮੈਨੂੰ ਜ਼ਿਆਦਾ ਤੋਂ ਜ਼ਿਆਦਾ ਵੋਟਾਂ ਦੇ ਕੇ, ਮੇਰਾ ਚੁਣਾਵ ਚਿੰਨ੍ਹ ਬਾਲਟੀ ਹੈ ਔਰ ਮੈਨੂੰ ਜਿਤਵਾਉਣਾ ਪੂਰਬੀ ਦਿੱਲੀ ਤੋਂ। ਇਹ ਮੇਰੀ ਜਿੱਤ ਨਹੀਂ, ਇਹ ਸੰਗਤ ਜੀ ਤੁਹਾਡੀ ਜਿੱਤ ਹੋਏਗੀ ਅਗਰ ਮੈਨੂੰ ਇੱਥੋਂ ਜਿਤਵਾਉਂਦੇ ਆ। ਪੰਥਕ ਗੱਲਾਂ ਕਰਦੇ ਹੋ ਆਪ ਜੀ ਕਿ ਹਾਂਜੀ ਬੰਦੀ ਸਿੰਘਾਂ ਦੀ ਰਿਹਾਈ ਕਰਾਉਣੀ ਹੈ, ਗੁਰੂ ਗ੍ਰੰਥ ਸਾਹਿਬ ਜੀ ਦੇ ਬੇਅਦਬੀ ਤੇ ਕਾਨੂੰਨ ਬਣਾ ਕੇ ਉਹਨੂੰ ਸ਼ਿਸ਼ਟਾਚਾਰ 'ਚ ਲਿਆਉਣਾ ਹੈ। ਮੈਂ ਸਵਾਲ ਕਰਦਾ, ਸ਼੍ਰੋਮਣੀ ਅਕਾਲੀ ਦਲ ਤੋਂ ਤੁਸੀਂ
ਸੀਨੀਅਰ ਵਾਈਸ ਪ੍ਰੈਜ਼ੀਡੈਂਟ ਰਹੇ ਹੋ, ਨੈਸ਼ਨਲ ਪਾਰਟੀਆਂ 'ਚ ਵੀ ਤੁਹਾਡੀ ਇਨਵੋਲਵਮੈਂਟ ਰਹੀ ਹੈ, ਭਾਵੇਂ ਹੁਣ ਉਹ ਬੀਜੇਪੀ ਹੋਵੇ ਜਾਂ ਜੋ ਵੀ ਹੋਵੇ, ਉਹਨਾਂ ਨੂੰ ਛੱਡ ਕੇ ਤੁਸੀਂ ਇੰਡੀਪੈਂਡੈਂਟ ਇਲੈਕਸ਼ਨ ਕਿਉਂ ਲੜ ਰਹੇ ਹੋ? ਨਾਰਾਜ਼ਗੀ ਹੈ ਉਹਨਾਂ ਨਾਲ ਕੋਈ? ਸਰ ਨਾਰਾਜ਼ਗੀ ਮੇਰੀ ਕਿਸੇ ਨਾਲ ਨਹੀਂ ਹੈ, ਲੇਕਿਨ ਮੈਂ ਚਾਹੁੰਦਾ ਮੈਨੂੰ ਸੇਵਾ ਦਾ ਮੌਕਾ ਮਿਲੇ। ਜੋ ਕੰਮ ਮੈਂ ਕਰਨਾ ਚਾਹੁੰਦਾ ਉਹ ਨਹੀਂ ਕਰ ਪਾਏ, ਉਹ ਮੈਂ ਕਰਨਾ ਚਾਹੁੰਦਾ, ਔਰ ਮੈਨੂੰ ਸੰਗਤ ਸਹਿਯੋਗ ਕਰੇਗੀ ਔਰ ਮੈਂ ਕੰਮ ਕਰਾਂਗਾ। ਜੇ ਤੁਸੀਂ ਉਹ ਕੰਮ ਕਰਨਾ ਚਾਹੁੰਦੇ ਹੋ, ਐਮਐਲਏ ਦੇ ਚੁਣਾਵ 'ਚ ਤੁਹਾਨੂੰ ਸੰਗਤ ਦਾ ਆਸ਼ੀਰਵਾਦ ਨਹੀਂ ਮਿਲਿਆ, ਜਨਤਾ ਦਾ ਆਸ਼ੀਰਵਾਦ ਨਹੀਂ ਮਿਲਿਆ, ਐਮਪੀ ਦੇ ਚੁਣਾਵ ਲੜੇ ਉਸ 'ਚ ਨਹੀਂ ਮਿਲਿਆ, ਇਸ ਵਾਰੀ ਕੀ ਤੁਹਾਨੂੰ ਉਮੀਦ ਹੈ ਤੁਹਾਨੂੰ ਉਹ ਆਸ਼ੀਰਵਾਦ ਮਿਲੇਗਾ? ਇੱਦਾਂ ਜੀ, ਮੋਦੀ ਜੀ ਵੀ ਪਹਿਲੀ ਵਾਰ ਪ੍ਰਧਾਨ ਮੰਤਰੀ ਨਹੀਂ ਬਣ ਗਏ, ਮਨੋਜ ਤਿਵਾਰੀ ਵੀ ਪਹਿਲੀ ਵਾਰ ਪ੍ਰਧਾਨ ਮੰਤਰੀ ਆਪਣਾ ਮੈਂਬਰ ਆਫ ਪਾਰਲੀਮੈਂਟ ਨਹੀਂ ਬਣ ਗਏ, ਉਹਨਾਂ ਨੇ ਵੀ ਇੱਕ ਦੋ ਵਾਰ ਹਾਰੇ ਨੇ ਚੁਣਾਵ। ਮਨੋਜ ਤਿਵਾਰੀ ਬੀਐਸਪੀ ਪਾਰਟੀ ਤੋਂ ਚੁਣਾਵ ਲੜਿਆ, यूपी तो वो हारे ने, हार तो बाद ही जित मिलती है, ਸਿੱਧਾ ਹੀ ਜਾ ਕੇ ਪ੍ਰਧਾਨ ਮੰਤਰੀ ਜਾਂ ਸੀਐਮ ਨਹੀਂ ਬਣ ਜਾਂਦਾ। ਕੇਜਰੀਵਾਲ ਤੋਂ ਹੀ ਲੈ ਲਓ, ਕੇਜਰੀਵਾਲ ਪਹਿਲਾਂ ਕਿੰਨੇ ਐਮਐਲਏ ਸੀਗੇ? 3 ਐਮਐਲਏ, 11 ਐਮਐਲਏ ਆਏ, ਫਿਰ ਉਸ ਤੋਂ ਬਾਅਦ 62 ਆਏ, ਫਿਰ 67 ਆਏ। ਤਾਂ ਸਫ਼ਰ ਜਿਹੜਾ ਹੈਗਾ ਹੌਲੀ ਹੌਲੀ ਵੱਧਦਾ ਹੈ। ਹਾਲੇ ਕੀ ਗਰਾਊਂਡ ਹੈ ਤੁਹਾਡੀ? ਗਰਾਊਂਡ ਰਿਪੋਰਟ ਕੀ ਹੈ? ਗਰਾਊਂਡ ਰਿਪੋਰਟ ਇਸ ਵਾਰ ਜਿਹੜੀ ਇਹ ਸੰਗਤ ਹੈਗੀ ਹੈ ਪੂਰਾ ਸਹਿਯੋਗ ਕਰ ਰਹੀ ਹੈ, ਉਹ ਮੈਨੂੰ ਵਿਸ਼ਵਾਸ ਹੈ ਇਸ ਵਾਰ ਆਪਾਂ ਜਿੱਤਾਂਗੇ। ਕੋਈ ਖਾਸ ਮੈਸੇਜ ਦੇਣਾ ਚਾਹੋਗੇ? ਮੈਂ ਸੰਗਤ ਨੂੰ ਇਹੀ ਅਪੀਲ ਕਰਦਾ ਵੀ ਆਉਣ ਵਾਲੀ 25 ਮਈ 2024 ਨੂੰ ਮਨਜੀਤ ਸਿੰਘ ਐਡਵੋਕੇਟ ਨੂੰ ਇੱਕ ਆਪਣੀ ਕੀਮਤੀ ਵੋਟ ਦੇ ਕੇ ਸਫਲ ਬਣਾਓ। ਅਗਰ ਤੁਸੀਂ ਚਾਹੁੰਦੇ ਹੋ ਗਰੀਬਾਂ ਦੀ, ਅਨਾਥਾਂ ਦੀ, ਬੇਸਹਾਰਾ ਲੋਕਾਂ ਦੀ ਸਹਾਇਤਾ ਕੀਤੀ ਜਾਵੇ, ਇਨਵਾਇਰਨਮੈਂਟ ਦਿੱਲੀ ਦਾ ਸਹੀ ਕੀਤਾ ਜਾਵੇ, ਕਾਲਜ ਉੱਥੇ ਮਿਲਣ, ਰੋਜ਼ਗਾਰ ਮਿਲਣ, ਅਨਸਿਕਿਉਰਡ ਲੋਨ ਮਿਲੇ, ਇਹ ਸਾਰੇ ਜਿਹੜੇ ਟੀਚੇ ਹੈਗੇ ਨੇ ਉਹ ਤਾਂ ਹੀ ਕੰਪਲੀਟ ਹੋ ਸਕਦੇ ਨੇ ਜਦੋਂ ਆਪ ਮੈਨੂੰ ਤੁਸੀਂ ਪੂਰਬੀ ਦਿੱਲੀ ਤੋਂ ਜਿਤਵਾਓਗੇ, ਆਪਣੀ ਇੱਕ ਕੀਮਤੀ ਵੋਟ ਦੇ ਕੇ ਮੈਨੂੰ ਸੰਸਦ ਵਿੱਚ ਪਹੁੰਚਾਓਗੇ। ਮੈਂ ਤੁਹਾਡੀ ਆਵਾਜ਼ ਬਣਾਂਗਾ ਸੰਸਦ ਵਿੱਚ ਜਾ ਕੇ। ਬਹੁਤ ਬਹੁਤ ਧੰਨਵਾਦ ਮਨਜੀਤ ਸਿੰਘ ਜੀ, ਤੁਸੀਂ ਸਾਡੇ ਨਾਲ ਜੁੜੇ ਹੋ, ਵਧੀਆ ਗੱਲਾਂ ਦੱਸੀਆਂ ਨੇ। ਬਾਕੀ ਜਨਤਾ ਜੋ ਆਸ਼ੀਰਵਾਦ ਤੁਹਾਨੂੰ ਦੇਵੇਗੀ ਉਹਦੀ ਇੰਤਜ਼ਾਰ ਰਹੇਗਾ। ਐਸਨ ਐਡਵੋਕੇਟ ਮਨਜੀਤ ਸਿੰਘ ਜੋ ਪੂਰਬੀ ਦਿੱਲੀ ਤੋਂ ਮੈਂਬਰ ਆਫ ਪਾਰਲੀਮੈਂਟ ਦੇ ਚੋਣ ਲੜ ਰਹੇ ਨੇ। ਅਗਲੀ ਵਾਰ ਫਿਰ ਹਾਜ਼ਰ ਹੋਵਾਂਗੇ ਇੱਕ ਨਵੇਂ ਗੈਸਟ ਨਾਲ TFI ਪੰਜਾਬੀ ਵਿੱਚ। ਤਦ ਤੱਕ ਲਈ ਅਸੀਂ ਤੁਹਾਡੇ ਤੋਂ ਵਿਦਾ ਲੈਂਦੇ ਹਾਂ। ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ।